ਸਤਿ ਸ਼੍ਰੀ ਅਕਾਲ ਜੀ ਆਲ ਟਾਈਮ ਲਰਨਰ ਤੇ ਤੁਹਾਡਾ ਸਵਾਗਤ ਹੈ MCQ ਟੈਸਟ ਸੀਰੀਜ਼ ਦਾ 18ਵਾਂ ਟੈਸਟ ਲੈ ਕੇ ਹਾਜ਼ਰ ਹਾਂ ਜੀ। ਇਸ ਤੋਂ ਪਹਿਲਾਂ ਅਸੀਂ ਵੱਖ-ਵੱਖ ਟੌਪਿਕ ਦੇ ਬਾਰੇ ਲੈਕਚਰ ਵੀਡੀਓ ਤੇ ਟੈਸਟ ਤੁਹਾਡੇ ਨਾਲ ਸਾਂਝੇ ਕਰ ਚੁੱਕੇ ਹਾਂ। ਉਮੀਦ ਹੈ ਕਿ ਤੁਸੀਂ ਦੇਖ ਲਏ ਹੋਣਗੇ। ਜੇ ਅਜੇ ਨਹੀਂ ਦੇਖੇ ਤਾਂ ਉਹਨਾਂ ਲਿੰਕ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ, ਉੱਥੋਂ ਤੁਸੀਂ ਕਲਿੱਕ ਕਰਕੇ ਉਹ ਲੈਕਚਰ ਸੁਣ ਸਕਦੇ ਹੋ ਜੀ। ਅੱਜ ਦੇ ਟੈਸਟ ਨੂੰ ਆਖਰ ਤੱਕ ਜ਼ਰੂਰ ਦੇਖਣਾ ਤੇ ਆਖਰ ਦੇ ਤੁਹਾਡੇ ਜਿੰਨੇ ਮਾਰਕਸ ਬਣੇ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਟੈਸਟ। ਸਭ ਤੋਂ ਪਹਿਲਾਂ ਸਾਡੇ ਕੋਲ ਕੁਐਸਚਨ ਹੈ ਜੀ, ਭਾਸ਼ਾ। ਭਾਸ਼ਾ ਇੱਕ ਕਲਾ ਹੈ। ਭਾਸ਼ਾ ਇੱਕ ਸੰਚਾਰ ਮਾਧਿਅਮ ਹੈ। ਭਾਸ਼ਾ ਧੁਨੀ ਪ੍ਰਬੰਧ ਹੈ ਕਿ ਭਾਸ਼ਾ ਇੱਕ ਕੁਦਰਤੀ ਦਾਤ ਹੈ। ਇਹਦਾ ਸਹੀ ਉੱਤਰ ਹੈ ਜੀ, ਭਾਸ਼ਾ ਇੱਕ ਸੰਚਾਰ ਮਾਧਿਅਮ ਹੈ। ਭਾਸ਼ਾ ਨੂੰ ਸੰਚਾਰ ਮਾਧਿਅਮ ਦੇ ਤੌਰ ਤੇ ਵਰਤਿਆ ਜਾਂਦਾ ਹੈ। ਬੀ ਆਪਸ਼ਨ ਇਸ ਦਾ ਸਹੀ ਉੱਤਰ ਹੈ ਜੀ। ਅੱਗੇ ਜੀ, ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ ਪਰਿਵਾਰ ਤੋਂ, ਮਾਂ ਤੋਂ, ਸਮਾਜ ਤੋਂ, ਵਿਰਾਸਤ ਤੋਂ। ਮਾਂ ਪਰਿਵਾਰ ਦਾ ਹਿੱਸਾ ਹੁੰਦੀ ਹੈ ਤੇ ਪਰਿਵਾਰ ਸਮਾਜ ਦਾ ਹਿੱਸਾ ਹੁੰਦੀ ਹੈ ਤੇ ਸਮਾਜ ਦੇ ਵਿੱਚੋਂ ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ। ਸੀ ਆਪਸ਼ਨ ਦਾ ਸਹੀ ਉੱਤਰ ਹੈ ਜੀ। ਬੇਸ਼ੱਕ ਵਿਰਾਸਤ ਦਾ ਵੀ ਅਸਰ ਹੁੰਦਾ, ਪਰ ਜਿਹੜੀ ਸਮਾਜ ਦੇ ਵਿੱਚੋਂ ਰਹਿ ਕੇ ਬੱਚਾ ਭਾਸ਼ਾ ਗ੍ਰਹਿਣ ਕਰਦਾ, ਜਿਹੜੀ ਸਮਾਜ ਦੇ ਵਿੱਚ ਭਾਸ਼ਾ ਬੋਲੀ ਜਾਂਦੀ ਹੈ ਉਹ ਭਾਸ਼ਾ ਨੂੰ ਜਲਦੀ ਸਿੱਖਦਾ। ਲਿਪੀ। ਲਿਪੀ ਹੈ ਤੀਜਾ ਕੁਐਸਚਨ ਸਾਡੇ ਕੋਲੇ, ਅੱਖਰ ਪ੍ਰਬੰਧ, ਸ਼ਬਦ ਪ੍ਰਬੰਧ, ਧੁਨੀ ਪ੍ਰਬੰਧ, ਵਾਕ ਪ੍ਰਬੰਧ। ਇੱਕ ਬੋਲੀ ਹੁੰਦੀ ਹੈ ਜੀ, ਇੱਕ ਲਿਪੀ ਹੁੰਦੀ ਹੈ। ਬੋਲੀ ਜਾਂ ਭਾਸ਼ਾ ਗੀ ਜਿਹੜੀ, ਉਹਨੂੰ ਲਿਖਣ ਦੇ ਲਈ ਲਿਪੀ ਦੀ ਜ਼ਰੂਰਤ ਪੈਂਦੀ ਹੈ ਤੇ ਲਿਪੀ ਦੇ ਵਿੱਚ ਅੱਖਰਾਂ ਦਾ ਪ੍ਰਬੰਧ ਹੁੰਦਾ ਗਾ, ਵੀ ਅੱਖਰਾਂ ਨੂੰ ਮਿਲ ਕੇ ਸ਼ਬਦ ਬਣਦੇ ਨੇ। ਪਹਿਲਾਂ ਧੁਨੀ ਹੁੰਦੀ ਹੈ, ਧੁਨੀ ਤੋਂ ਅੱਖਰ ਬਣਦੇ ਨੇ, ਅੱਖਰਾਂ ਨੂੰ ਮਿਲ ਕੇ ਸ਼ਬਦ ਬਣਦੇ, ਸ਼ਬਦ ਤੋਂ ਵਾਕ ਬਣਦੇ ਨੇ। ਇਹਦੇ ਜਿਹੜਾ ਲਿਪੀ ਹੈਗੀ ਉਹ ਅੱਖਰਾਂ ਦਾ ਪ੍ਰਬੰਧ ਹੁੰਦਾ ਗਾ। ਜਿਵੇਂ ਪੰਜਾਬੀ ਭਾਸ਼ਾ ਦੀ ਜਿਹੜੀ ਲਿਪੀ ਹੈਗੀ ਉਹ ਗੁਰਮੁਖੀ ਲਿਪੀ ਹੈ। ਭਾਸ਼ਾ ਹੈ ਰੁਪੀਮ ਪ੍ਰਬੰਧ, ਅੱਖਰ ਪ੍ਰਬੰਧ, ਚਿਹਨ ਪ੍ਰਬੰਧ, ਸ਼ਬਦ ਪ੍ਰਬੰਧ। ਸਭ ਤੋਂ ਪਹਿਲਾਂ ਰੁਪੀਮ ਹੈ ਜਿਹੜਾ, ਉਹ ਸਧਾਰਨ ਸ਼ਬਦਾਂ 'ਚ ਕਹਿਣਾ ਹੋਵੇ, ਭਾਸ਼ਾ ਦੇ ਜਿਹੜੇ ਭਾਵਪੂਰਤ ਹਿੱਸਿਆਂ ਨੂੰ ਭਾਵਅੰਸ਼ ਜਾਂ ਰੁਪੀਮ ਕਿਹਾ ਜਾ ਸਕਦਾ ਹੈਗਾ। ਭਾਵਪੂਰਤ ਜਿਹੜੇ ਦੋ ਸ਼ਬਦਾਂ ਦਾ ਭਾਵ ਹੁੰਦਾ ਕੋਈ ਨਹੀਂ, ਜਿਵੇਂ ਗਿਆਨੀ ਸ਼ਬਦ ਹੈ, ਗਿਆਨੀ ਦੇ ਵਿੱਚ ਗਿਆਨ ਪਲੱਸ ਈ ਤੋਂ ਬਣਿਆ ਗਾ, ਇਹ ਦੋਨੇ ਭਾਵਅੰਸ਼ ਨੇ ਜਾਂ ਰੁਪੀਮ ਨੇ। ਇਸ ਤੋਂ ਬਿਨਾਂ ਅੱਗੇ ਅੱਖਰ ਪ੍ਰਬੰਧ, ਚਿਹਨ ਪ੍ਰਬੰਧ, ਸ਼ਬਦ ਪ੍ਰਬੰਧ। ਭਾਸ਼ਾ ਕੀ ਜਿਹੜੀ ਉਹ ਸੀ ਆਪਸ਼ਨ ਚਿਹਨ ਪ੍ਰਬੰਧ ਹੈਗਾ, ਚਿੰਨ੍ਹਾਂ ਦਾ ਜਿਹੜਾ ਪ੍ਰਬੰਧ ਹੈਗਾ। ਸੀ ਆਪਸ਼ਨ ਇਸ ਦਾ ਸਹੀ ਉੱਤਰ ਹੈ ਜੀ। ਭਾਸ਼ਾ ਵਿੱਚ ਪ੍ਰਾਥਮਿਕ ਹੈ ਧੁਨੀ, ਲਿਖਤ, ਸੰਕੇਤ, ਸੰਚਾਰ। ਭਾਸ਼ਾ ਦੇ ਵਿੱਚ ਪ੍ਰਾਥਮਿਕ ਜਿਹੜੀ ਧੁਨੀ ਹੁੰਦੀ ਹੈਗੀ, ਇਹ ਆਪਸ਼ਨ ਧੁਨੀ। ਧੁਨੀਆਂ ਤੋਂ ਅੱਖਰ ਬਣਦੇ ਨੇ, ਅੱਗੇ ਅੱਖਰਾਂ ਤੋਂ ਵਾਕ, ਸ਼ਬਦ, ਸ਼ਬਦਾਂ ਤੋਂ ਵਾਕ, ਤੇ ਇਸ ਤਰ੍ਹਾਂ ਇੱਕ ਪੂਰੀ ਸੰਰਚਨਾ ਬਣਦੀ ਹੈਗੀ। ਜਿਹੜੀ ਪ੍ਰਾਥਮਿਕ ਹੁੰਦਾ ਗਾ ਭਾਸ਼ਾ ਵਿੱਚ ਧੁਨੀ। ਤੇ ਭਾਸ਼ਾ ਦਾ ਜਿਹੜਾ ਕੰਮ ਅੰਗੀ ਹੈਗਾ ਉਹ ਸੰਚਾਰ ਹੈਗਾ, ਸੰਚਾਰ ਕਰਨਾ ਹੈਗਾ। ਉਪਭਾਸ਼ਾ ਦਾ ਆਧਾਰ ਹੈ ਸਾਹਿਤ ਸ਼ਾਸਤਰ, ਧਰਮ ਸ਼ਾਸਤਰ, ਸਮਾਜ ਸ਼ਾਸਤਰ, ਵਿਸ਼ੇਸ਼ ਲੋਕ ਸਮੂਹ। ਵੱਖ-ਵੱਖ ਖਿੱਤਿਆਂ ਦੇ ਵਿੱਚ ਅਲੱਗ-ਅਲੱਗ ਭਾਸ਼ਾਵਾਂ ਬੋਲੀਆਂ ਜਾਂਦੀਆਂ, ਉਪਭਾਸ਼ਾਵਾਂ ਕਹੀਆਂ ਜਾਂਦੀਆਂ ਨੇ। ਕਿਸੇ ਇੱਕ ਭਾਸ਼ਾ ਦੇ ਵਿੱਚ ਜੋ ਖਿੱਤਿਆਂ ਦਾ ਪ੍ਰਭਾਵ ਨਜ਼ਰ ਆਉਣ ਲੱਗ ਜਾਂਦਾ, ਇਲਾਕਿਆਂ ਦਾ ਪ੍ਰਭਾਵ ਆਉਣ ਲੱਗ ਜਾਂਦਾ। ਪੰਜਾਬੀ ਦੇ ਵਿੱਚ ਮਾਝੀ, ਮਲਵਈ, ਪੁਆਧੀ, ਦੁਆਬੀ। ਇਸੇ ਤਰ੍ਹਾਂ ਜਿਹੜਾ ਇੱਕ ਵਿਸ਼ੇਸ਼ ਲੋਕ ਸਮੂਹ ਹੈਗਾ ਉਹ ਉਪਭਾਸ਼ਾ ਦਾ ਆਧਾਰ ਬਣਦਾ ਹੈਗਾ। ਇਹਦਾ ਡੀ ਆਪਸ਼ਨ, ਇਹਦਾ ਸਹੀ ਉੱਤਰ ਹੈ ਜੀ ਡੀ ਆਪਸ਼ਨ, ਵਿਸ਼ੇਸ਼ ਲੋਕ ਸਮੂਹ। ਭਾਸ਼ਾ ਸੱਭਿਆਚਾਰ ਦਾ ਉਸਾਰ ਹੈ, ਆਧਾਰ ਹੈ, ਪਾਠ ਪ੍ਰਬੰਧ ਹੈ, ਪ੍ਰਸੰਗ ਹੈ। ਭਾਸ਼ਾ ਜਿਹੜਾ ਸੱਭਿਆਚਾਰ ਦਾ ਇੱਕ ਪਾਠ ਪ੍ਰਬੰਧ ਹੈ। ਸੱਭਿਆਚਾਰ ਤੇ ਭਾਸ਼ਾ ਇੱਕ ਦੂਜੇ ਦੇ ਨਾਲ ਬਹੁਤ ਜੁੜੇ ਹੋਏ ਹੁੰਦੇ ਨੇ। ਕਿਸੇ ਵੀ ਭਾਸ਼ਾ ਦੇ ਖਤਮ ਹੋ ਜਾਣ ਦੇ ਨਾਲ ਉੱਥੋਂ ਦਾ ਸੱਭਿਆਚਾਰ ਵੀ ਖਤਮ ਹੋਣ ਲੱਗਦਾ। ਤੇ ਸੱਭਿਆਚਾਰ ਜਿਹੜੀ ਭਾਸ਼ਾ ਦੀ ਸੱਭਿਆਚਾਰ ਦਾ ਇੱਕ ਪਾਠ ਪ੍ਰਬੰਧ ਹੈ। ਭਾਸ਼ਾ ਦੇ ਵਿੱਚ ਸੱਭਿਆਚਾਰ ਸਮਾਇਆ ਹੋਇਆ ਹੁੰਦਾ ਗਾ। ਭਾਸ਼ਾ ਸਾਹਿਤ ਦਾ ਡੈਸ਼ ਹੈ, ਮਾਧਿਅਮ ਹੈ, ਤੱਤ ਹੈ, ਮਾਡਲ ਹੈ ਕਿ ਰੂਪ ਹੈ। ਭਾਸ਼ਾ ਦੀ ਜਿਹੜੀ ਸਾਹਿਤ ਦਾ ਇੱਕ ਮਾਧਿਅਮ ਬਣਦੀ ਹੈਗੀ, ਉਹਨੂੰ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਉਹ ਭਾਸ਼ਾ ਦਾ ਸਾਹਿਤ ਨੂੰ ਮਾਧਿਅਮ ਦੇ ਰੂਪ ਕੰਮ ਕਰਦੀ ਹੈ, ਮਾਧਿਅਮ ਦਾ ਕੰਮ ਕਰਦੀ ਹੈ। ਭਾਸ਼ਾ ਦਾ ਬਹੁਪੱਖੀ ਅਧਿਐਨ ਕਰਦਾ ਹੈ ਵਾਕ ਵਿਗਿਆਨ, ਵਿਆਕਰਨ, ਭਾਸ਼ਾ ਵਿਗਿਆਨ, ਸ਼ੈਲੀ ਵਿਗਿਆਨ। ਭਾਸ਼ਾ ਦਾ ਜਿਹੜਾ ਬਹੁਪੱਖੀ ਅਧਿਐਨ ਹੈਗਾ
ਵਾਕ ਵਿਗਿਆਨ ਦੇ ਵਿੱਚ ਵਾਕਾਂ ਦਾ ਅਧਿਐਨ ਕੀਤਾ ਜਾਂਦਾ, ਵਿਆਕਰਨ ਦੇ ਵਿੱਚ ਵਿਆਕਰਨਿਕ ਇਕਾਈਆਂ ਦਾ, ਤੇ ਸ਼ੈਲੀ ਵਿਗਿਆਨ ਦੇ ਵਿੱਚ ਇੱਕ ਵਿਸ਼ੇਸ਼ ਸ਼ੈਲੀ ਦਾ ਅਧਿਐਨ ਕੀਤਾ ਜਾਂਦਾ ਹੈਗਾ। ਤੇ ਪਰ ਜਿਹੜੇ ਭਾਸ਼ਾ ਵਿਗਿਆਨ, ਸੀ ਆਪਸ਼ਨ ਭਾਸ਼ਾ ਵਿਗਿਆਨ ਦੇ ਵਿੱਚ ਭਾਸ਼ਾ ਜਿਹੜਾ ਬਹੁਪੱਖੀ ਅਧਿਐਨ ਕੀਤਾ ਜਾਂਦਾ, ਸੀ ਆਪਸ਼ਨ ਇਸ ਦਾ ਸਹੀ ਉੱਤਰ ਹੈ ਜੀ। ਭਾਸ਼ਾ ਦੀ ਉਤਪਤੀ ਕਿਸ ਰੂਪ ਵਿੱਚ ਹੋਈ? ਮਨੁੱਖੀ ਕਾਢ ਦੇ ਰੂਪ ਵਿੱਚ, ਦੇਵਿਕ ਰੂਪ ਦੇ ਵਿੱਚ, ਸਮਾਜਿਕ ਰੂਪ ਦੇ ਵਿੱਚ, ਕਿ ਵਿਆਕਰਨਿਕ ਰੂਪ ਦੇ ਵਿੱਚ? ਜਦੋਂ ਮਨੁੱਖ ਸ਼ੁਰੂ ਦੇ ਵਿੱਚ ਆਪਣੇ ਉਹਨੂੰ ਸੰਚਾਰ ਦੇ ਲਈ ਕਿਸੇ ਮਾਧਿਅਮ ਦੀ ਜ਼ਰੂਰਤ ਪਈ ਹੋਊਗੀ ਤਾਂ ਭਾਸ਼ਾ ਦੀ ਉਸਨੇ ਕਾਢ ਕੱਢੀ ਹੋਊਗੀ, ਉਸਨੇ ਕਿਸੇ ਨਾ ਕਿਸੇ ਧੁਨੀਆਂ ਦੇ ਰੂਪ ਦੇ ਵਿੱਚ ਹੌਲੀ ਹੌਲੀ ਯਤਨ ਕਰਨ ਤੋਂ ਬਾਅਦ ਇੱਕ ਉਹਨੂੰ ਜ਼ਰੂਰਤ ਪਈ ਹੋਊਗੀ ਆਪਣੇ ਸੰਚਾਰ ਮਾਧਿਅਮ ਦੇ ਲਈ, ਆਪਣੇ ਸੰਚਾਰ ਕਰਨ ਦੇ ਲਈ, ਭਾਵਾਂ ਨੂੰ ਇੱਕ ਤੋਂ ਦੂਜੇ ਤੱਕ ਪਹੁੰਚਾਉਣ ਦੇ ਲਈ, ਤੇ ਉਸਨੇ ਇੱਕ ਮਨੁੱਖੀ ਕਾਢ ਦੇ ਰੂਪ ਦੇ ਵਿੱਚ ਭਾਸ਼ਾ ਦੀ ਉਤਪਤੀ ਹੋਈ ਹੋਊਗੀ। ਇਹ ਆਪਸ਼ਨ ਹੈ ਇਸਦਾ ਮਨੁੱਖੀ ਕਾਢ। ਭਾਸ਼ਾ ਦੇ ਚਿਹਨ ਪ੍ਰਬੰਧ ਦਾ ਆਧਾਰ ਹੈ। 11ਵਾਂ ਕੁਐਸਚਨ ਸਾਡੇ ਕੋਲ ਹੈ ਜੀ, ਵਿਗਿਆਨਕ ਤਰਕਯੁਕਤ ਸਾਰਥਕ ਆਪ ਹੁੰਦਰਾ। ਭਾਸ਼ਾ ਦਾ ਜਿਹੜਾ ਚਿਹਨ ਪ੍ਰਬੰਧ ਦਾ ਆਧਾਰ ਹੈ ਇੱਕ ਆਪ ਹੁੰਦਰਾ ਹੁੰਦਾ ਗਾ, ਕਿਉਂਕਿ ਭਾਸ਼ਾ ਦੇ ਵਿੱਚ ਸ਼ਬਦਾਂ ਤੇ ਅਰਥਾਂ ਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਹੁੰਦਾ ਗਾ। ਇਹ ਜ਼ਰੂਰੀ ਨਹੀਂ ਕਿ ਕਿਸੇ ਚੀਜ਼ ਦਾ ਨਾਂ ਇਹ ਕਿਉਂ ਰੱਖਿਆ ਗਿਆ, ਜਿਵੇਂ ਚਿੜੀ ਨੂੰ ਚਿੜੀ ਹੀ ਕਿਉਂ ਕਿਹਾ ਗਿਆ, ਉਹਨੂੰ ਕਬੂਤਰ ਕਿਉਂ ਨਹੀਂ ਕਿਹਾ ਗਿਆ। ਇਹ ਆਪ ਹੁੰਦਰਾਪਣ ਹੈ ਭਾਸ਼ਾ ਦਾ ਚਿਹਨ ਪ੍ਰਬੰਧ ਦਾ ਆਧਾਰ ਹੈ ਜਿਹੜਾ ਉਹ ਆਪ ਹੁੰਦਰਾ। ਡੀ ਆਪਸ਼ਨ ਇਸ ਦਾ ਸਹੀ ਉੱਤਰ ਹੈ ਜੀ। ਅੱਗੇ ਜੀ, ਉਪਭਾਸ਼ਾਈ ਐਟਲਸ ਦਾ ਵਿਗਿਆਨਕ ਆਧਾਰ ਹੈ ਉਚਾਰ ਵੱਖਰਤਾ, ਸ਼ਬਦਾਵਲੀ ਵੱਖਰਤਾ, ਸੂਚਕ ਵੱਖਰਤਾ ਕੇ ਭਾਸ਼ਾਈ ਸਮੱਗਰੀ। ਉਪਭਾਸ਼ਾਈ ਐਟਲਸ ਜਿਹੜਾ ਐਟਲਸ ਉਪਭਾਸ਼ਾਵਾਂ ਦੇ ਆਧਾਰ ਤੇ ਤਿਆਰ ਕੀਤਾ ਜਾਂਦਾ ਉਹਦਾ ਵਿਗਿਆਨਕ ਆਧਾਰ ਕੀ ਹੁੰਦਾ ਗਾ? ਉਚਾਰ ਵੱਖਰਤਾ, ਵੀ ਉਚਾਰਨ ਕਿਹੜੇ ਇਲਾਕੇ ਦੇ ਵਿੱਚ ਕਿਹੋ ਜਿਹਾ ਉਚਾਰਨ ਕੀਤਾ ਜਾਂਦਾ ਕਿਸੇ ਭਾਸ਼ਾ ਦਾ, ਉਸ ਦੇ ਆਧਾਰ ਤੇ ਐਟਲਸ ਤਿਆਰ ਕੀਤਾ ਜਾਂਦਾ ਉਪਭਾਸ਼ਾਵਾਂ ਦੇ ਆਧਾਰ ਤੇ। ਇਹ ਆਪਸ਼ਨ ਇਸ ਦਾ ਸਹੀ ਉੱਤਰ ਹੈ ਜੀ। 13ਵਾਂ ਸਾਡੇ ਕੋਲ ਕੁਐਸਚਨ ਹੈ ਜੀ, ਭਾਸ਼ਾ ਵਿੱਚ ਸ਼ਬਦ ਤੇ ਅਰਥ ਦਾ ਸੰਬੰਧ ਹੈ ਕੁਦਰਤੀ, ਆਪ ਹੁੰਦਰਾ, ਨਿਆਇਕ, ਯੁਕਤ, ਵਿਆਕਰਨਿਕ। ਆਪਾਂ ਪਹਿਲਾਂ ਵੀ ਗੱਲ ਕਰਕੇ ਜਿਹੜਾ ਭਾਸ਼ਾ ਦੇ ਵਿੱਚ ਸ਼ਬਦ ਤੇ ਅਰਥ ਦਾ ਸੰਬੰਧ ਜਿਹੜਾ ਆਪ ਹੁੰਦਰਾ ਹੁੰਦਾ। ਬੀ ਆਪਸ਼ਨ ਇਸ ਦਾ ਸਹੀ ਉੱਤਰ ਹੈ ਜੀ। ਉਚਾਰ ਭਾਸ਼ਾ ਦਾ ਕਿਹੜਾ ਰੂਪ ਹੈ? ਸਮਾਜਿਕ, ਸਵੈ ਇੱਛਤ, ਵਿਅਕਤੀਗਤ ਕੇ ਨਿਰਧਾਰਤ। ਉਚਾਰ ਆ ਜਿਹੜਾ ਭਾਸ਼ਾ ਦਾ ਵਿਅਕਤੀਗਤ ਰੂਪ ਆ। ਤੇ ਪੈਰੋਲ ਤੁਸੀਂ ਦੱਸਣਾ ਜੀ ਭਾਸ਼ਾ ਦਾ ਕਿਹੜਾ ਰੂਪ ਹੁੰਦਾ। ਪੈਰੋਲ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ, ਪੈਰੋਲ ਭਾਸ਼ਾ ਦਾ ਕਿਹੜਾ ਰੂਪ ਹੁੰਦਾ ਗਾ। ਅੱਗੇ ਜੀ, ਭਾਸ਼ਾ ਤੇ ਉਪਭਾਸ਼ਾ ਦੀ ਵੱਖਰਤਾ ਦਾ ਆਧਾਰ ਹੈ ਅਰਥ, ਵਾਕ, ਖੇਤਰ ਕੇ ਵਿਆਕਰਨ। ਭਾਸ਼ਾ ਤੇ ਉਪਭਾਸ਼ਾ ਦੀ ਵੱਖਰਤਾ ਦਾ ਜਿਹੜਾ ਆਧਾਰ ਮੰਨਿਆ ਜਾਂਦਾ ਗਾ ਉਹਨੂੰ ਖੇਤਰ ਨੂੰ ਮੰਨਿਆ ਜਾਂਦਾ, ਵੀ ਕਿਹੜੇ ਖੇਤਰ ਦੇ ਵਿੱਚ ਭਾਸ਼ਾਵਾਂ ਦਾ ਕਿਹੜਾ ਰੂਪ ਬੋਲਿਆ ਜਾਂਦਾ ਗਾ ਕਿਸੇ ਭਾਸ਼ਾ ਦਾ, ਉਹਨੂੰ ਉਪਭਾਸ਼ਾ ਦੀ ਵੱਖਰਤਾ ਦਾ ਆਧਾਰ ਮੰਨਿਆ ਜਾਂਦਾ ਗਾ। ਜਿਵੇਂ ਮਾਝੇ ਦੇ ਇਲਾਕੇ ਨੇ ਜਿਹੜੇ ਅੰਮ੍ਰਿਤਸਰ, ਗੁਰਦਾਸਪੁਰ, ਉਹਨਾਂ ਦੇ ਵਿੱਚ ਮਾਝੀ ਬੋਲੀ ਬੋਲੀ ਜਾਂਦੀ ਹੈ, ਤੇ ਮਲਵਈ ਇਲਾਕੇ ਜਿਵੇਂ ਬਠਿੰਡਾ, ਮਾਨਸਾ, ਪਟਿਆਲਾ, ਫਿਰੋਜ਼ਪੁਰ, ਫਰੀਦਕੋਟ ਦੇ ਵਿੱਚ ਮਲਵਈ ਭਾਸ਼ਾ ਉਪਭਾਸ਼ਾ ਬੋਲੀ ਜਾਂਦੀ ਹੈਗੀ। ਇਹਨਾਂ ਨੂੰ ਇਲਾਕਿਆਂ ਦੇ ਆਧਾਰ ਤੇ, ਖੇਤਰ ਦੇ ਆਧਾਰ ਤੇ ਵੱਖਰਤਾ ਨਿਰਧਾਰਿਤ ਕੀਤੀ ਜਾਂਦੀ ਹੈਗੀ। ਲਿਪੀ ਹੋਂਦ ਵਿੱਚ ਆਈ ਭਾਸ਼ਾ ਤੋਂ ਪਹਿਲਾਂ, ਭਾਸ਼ਾ ਦੇ ਨਾਲ, ਭਾਸ਼ਾ ਦੇ ਅਧਿਐਨ ਦੇ ਨਾਲ, ਭਾਸ਼ਾ ਤੋਂ ਬਾਅਦ। ਲਿਪੀ ਹੋਂਦ ਵਿੱਚ ਆਈ ਭਾਸ਼ਾ ਤੋਂ ਬਾਅਦ। ਪਹਿਲਾਂ ਭਾਸ਼ਾ ਹੋਂਦ ਵਿੱਚ ਆਈ ਹੋਊਗੀ, ਫਿਰ ਉਸਨੂੰ ਲਿਖਣ ਦੇ ਲਈ ਲਿਪੀ ਦੀ ਲੋੜ ਪਈ ਹੋਊਗੀ, ਤੇ ਲਿਪੀ ਭਾਸ਼ਾ ਤੋਂ ਬਾਅਦ ਹੋਂਦ ਵਿੱਚ ਆਈ ਹੋਵੇਗੀ। ਲਿਪੀ ਦਾ ਪ੍ਰਕਾਰਜ ਹੈ ਲਿਖਣਾ, ਬੋਲਣਾ, ਸੁਣਨਾ, ਪੜ੍ਹਨਾ। ਲਿਪੀ ਦਾ ਕੰਮ ਕੀ ਹੁੰਦਾ ਗਾ ਜੀ? ਜਿਹੜੀ ਭਾਸ਼ਾ ਹੈਗੀ ਉਹਨੂੰ ਲਿਖਣ ਦੇ ਕੰਮ ਆਉਂਦੀ ਹੈਗੀ, ਇਸ ਲਈ ਇਹਦਾ ਪ੍ਰਕਾਰਜ ਕੀ ਹੈ? ਇਹ ਆਪਸ਼ਨ ਲਿਖਣਾ। ਅੱਗੇ ਜੀ 18ਵਾਂ ਸਾਡੇ ਕੋਲ ਕੁਐਸਚਨ, ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਖੱਫੇ ਪੈਰ ਬਿੰਦੀ, ਲੱਲੇ ਪੈਰ ਬਿੰਦੀ ਜਿਹੜੀਆਂ ਧੁਨੀਆਂ ਨੇ ਪ੍ਰਭਾਵ ਦੀਆਂ ਸੂਚਕ ਹਨ। ਹਿੰਦੀ ਦੀਆਂ, ਸੰਸਕ੍ਰਿਤ ਦੀਆਂ, ਪ੍ਰਭੰਸ ਦੀਆਂ, ਫਾਰਸੀ ਦੀਆਂ। ਅਸੀਂ ਸਭ ਜਾਣਦੇ ਹਾਂ ਕਿ ਪੰਜਾਬੀ ਵਰਨਮਾਲਾ ਦੇ ਵਿੱਚ ਇਹਨਾਂ ਧੁਨੀਆਂ ਨੂੰ ਫਾਰਸੀ ਭਾਸ਼ਾਵਾਂ ਦੇ ਸ਼ਬਦ ਲਿਖਣ ਦੇ ਲਈ ਵਰਤਿਆ ਗਿਆ ਸੀਗਾ, ਇਸ ਲਈ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਸੀ ਜੀ। ਤੇ ਡੀ ਆਪਸ਼ਨ ਇਸ ਦਾ ਸਹੀ ਉੱਤਰ ਹੈ ਜੀ, ਫਾਰਸੀ ਪ੍ਰਭਾਵ ਦੀਆਂ ਸੂਚਕ ਨੇ। ਕਿਹੜੀ ਭਾਸ਼ਾ ਭਾਰਤੀ ਆਰਿਆਈ ਭਾਸ਼ਾ ਪਰਿਵਾਰ ਨਾਲ ਸੰਬੰਧਿਤ ਹੈ? ਲਾਤੀਨੀ, ਫਰਾਂਸੀਸੀ, ਸੰਸਕ੍ਰਿਤ ਕੇ ਮਾਝੀ।
ਭਾਰਤੀ ਆਰੀਆ ਭਾਸ਼ਾ ਪਰਿਵਾਰ ਦੇ ਨਾਲ ਸੰਬੰਧਿਤ ਜਿਹੜੀ ਭਾਸ਼ਾ ਹੈਗੀ ਉਹ ਸੰਸਕ੍ਰਿਤ ਹੈ। ਸੀ ਆਪਸ਼ਨ ਇਸ ਦਾ ਸਹੀ ਉੱਤਰ ਹੈ ਜੀ। ਅੱਗੇ ਜੀ, ਮੱਧਕਾਲੀ ਪੰਜਾਬੀ ਵਿੱਚ ਭਾਸ਼ਾ ਸ਼ਬਦ ਦੀ ਥਾਂ ਨਾਂ ਪ੍ਰਚਲਿਤ ਸੀ। ਬੋਲੀ, ਭਾਖਾ, ਜ਼ਬਾਨ, ਲਫ਼ਜ਼। ਮੱਧਕਾਲੀ ਪੰਜਾਬੀ ਦੇ ਵਿੱਚ ਜਿਹੜਾ ਸਾਹਿਤ ਲਿਖਿਆ ਗਿਆ ਉਹਨਾਂ ਦੇ ਵਿੱਚ ਭਾਸ਼ਾ ਦੀ ਥਾਂ ਤੇ ਭਾਖਾ ਸ਼ਬਦ ਲਿਖਿਆ ਜਾਂਦਾ ਸੀ। ਜੇ ਤੁਸੀਂ ਜਨਮ ਸਾਖੀਆਂ ਪੜ੍ਹੀਆਂ ਹੋਣਗੀਆਂ ਤਾਂ ਉਹਨਾਂ ਦੇ ਵਿੱਚ ਜਿਹੜੀ ਭਾਖਾ ਸ਼ਬਦ ਬਹੁਤ ਵਰਤਿਆ ਗਿਆ ਹੈਗਾ। ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ, ਭਾਖਾ। ਭਾਸ਼ਾ ਸ਼ਬਦ ਦੀ ਥਾਂ ਤੇ ਭਾਖਾ ਸ਼ਬਦ ਪ੍ਰਚਲਿਤ ਸੀ। ਸੋ ਇਹ ਸੀ ਅੱਜ ਦਾ ਟੈਸਟ, ਤੇ ਅੱਜ ਦੇ ਟੈਸਟ 'ਚ ਤੁਹਾਡੇ ਕਿੰਨੇ ਮਾਰਕਸ ਨੇ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਜਾਣਕਾਰੀ ਚੰਗੀ ਲੱਗੀ ਹੋਵੇ ਲਾਈਕ ਤੇ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਸ਼ੁਕਰੀਆ ਜੀ।